ਅੱਜ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਦੰਗਾ ਭੜਕਾਉਣ ਦੇ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ, ਨਾਜਾਇਜ਼ ਹਥਿਆਰ ਰੱਖਣ ਦੇ ਇਲਜ਼ਾਮ ਲੱਗ ਜਾਂਦੇ ਨੇ, ਇੱਥੋਂ ਤੱਕ ਕਿ ਪੁਲਿਸ ਦੀ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲੱਗ ਜਾਂਦੇ ਨੇ। ਜਿੱਥੋਂ ਤੱਕ ਗੱਲ ਕਰ ਲਈਏ ਦੰਗੇ ਭੜਕਾਉਣ ਦੀ ਜਾਂ ਪੁਲਿਸ ਦੀ ਕਾਰਵਾਈ 'ਚ ਰੁਕਾਵਟ ਪਾਉਣ ਦੀ, ਨਜਾਇਜ਼ ਹਥਿਆਰ ਰੱਖਣ ਦੀ, ਤਾਂ ਇਹ ਸਭ ਜਿਹੜੇ ਇਲਜ਼ਾਮ ਮੇਰੇ ਤੇ ਲੱਗੇ ਆ, ਮੈਂ ਇਹਨਾਂ ਦੀ ਪੁਸ਼ਟੀ ਕਰਦਾ ਕਿ ਇਹ ਸਾਰੇ ਝੂਠੇ ਇਲਜ਼ਾਮ। ਜਦੋਂ ਕਿਸੇ ਤੇ ਕੋਈ ਪਰਚਾ ਹੁੰਦਾ, FIR ਹੁੰਦੀ ਹੈ, ਤਾਂ ਤੱਥਾਂ ਦੇ ਆਧਾਰ ਤੇ, ਸਬੂਤਾਂ ਦੇ ਆਧਾਰ ਤੇ FIR ਹੁੰਦੀ ਹੈ, ਕੰਪਲੀਟ ਕਰਦਾ ਕੋਈ ਬੰਦਾ ਜਾ ਕੇ, ਹੈ ਨਾ। ਮੈਂ ਘਰੋਂ ਨਿਕਲਿਆ ਤੇ ਐਂ ਮੌਕੇ ਤੇ ਮੈਨੂੰ ਮੋਹਾਲੀ ਪ੍ਰਸ਼ਾਸਨ ਦਾ ਫੋਨ ਆਇਆ, ਸੁਨੇਹਾ ਲੱਗਿਆ ਕਿ ਤੁਸੀਂ ਕੱਲ੍ਹ ਅੱਜ ਜਾਣ ਤੋਂ ਉੱਥੇ ਗਰੇਜ਼ ਕਰੋ, ਸਾਡੇ ਕੋਲ ਕੋਈ ਪੁਖਤਾ ਜਾਣਕਾਰੀਆਂ ਨੇ, ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਆ ਸਕਦੀ ਹੈ, ਇੰਟੈਲੀਜੈਂਸ ਦੀ ਰਿਪੋਰਟ ਹੈ। ਜਦੋਂ ਕਿਸਾਨ ਐਂਥਮ ਕੀਤਾ ਜਾਂ ਪਹਿਲੇ ਗੀਤ ਕੀਤੇ ਆ, ਉਦੋਂ ਵੀ ਲਗਾਤਾਰ ਪ੍ਰੈਸ਼ਰ ਬਣਿਆ ਸੀ ਕਿ ਤੁਸੀਂ ਇੱਦਾਂ ਦੇ ਗੀਤ ਨਾ ਗਾਓ, ਤੁਹਾਡਾ ਨੁਕਸਾਨ ਹੋ ਸਕਦਾ ਹੈ। ਬੜੀਆਂ ਧਮਕੀਆਂ ਉਦੋਂ ਵੀ ਆਈਆਂ। ਜਿਸ ਤਰ੍ਹਾਂ ਦੀਆਂ ਧਾਰਾਵਾਂ ਤੁਹਾਡੇ ਖਿਲਾਫ ਲਗਾਈਆਂ ਗਈਆਂ ਨੇ, ਸੇਮ ਉਹੀ ਧਾਰਾਵਾਂ ਸੋਨੀਆ ਮਾਨ ਹੋਰਾਂ ਦੇ ਖਿਲਾਫ ਲਗਾਈਆਂ, ਤਾਂ ਸੋਨੀਆ ਮਾਨ ਹੋਰਾਂ ਨਾਲ ਤੁਹਾਡੀ ਗੱਲਬਾਤ ਹੋਈ ਇਸ ਮਾਮਲੇ ਸੰਬੰਧੀ? ਕਿਉਂਕਿ ਸੋਨੀਆ ਮਾਨ ਵੀ ਕੱਲ੍ਹ ਉੱਥੇ ਹੀ ਸੀ ਜਿੱਥੇ ਮੈਂ ਸੀ, ਉਹ ਵੀ ਇੱਧਰ ਨਹੀਂ ਆਈ। ਜਿੰਨਾ ਚਿਰ ਮੈਂ ਉੱਥੇ ਸੀ ਉਹਨਾਂ ਚਿਰ ਉਹ ਉੱਥੇ ਸੀ। ਵਿਰੋਧੀਆਂ ਵੱਲੋਂ ਕਈ ਕਿੰਤੂ ਪ੍ਰੰਤੂ ਕੀਤੇ ਜਾ ਰਹੇ ਨੇ, ਜਿਸ ਤਰ੍ਹਾਂ ਹਾਲ ਹੀ ਦੇ ਵਿੱਚ ਰਾਜੇਵਾਲ ਸਾਹਿਬ ਹੋਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਨਿਕਲ ਗਈਆਂ ਕਿ ਉਹ ਆਮ ਆਦਮੀ ਪਾਰਟੀ ਦੇ ਵਜੋਂ ਉਮੀਦਵਾਰ ਉਤਰ ਸਕਦੇ ਨੇ, ਤਾਂ ਤੁਹਾਨੂੰ ਲੈ ਕੇ ਵੀ ਕਿਹਾ ਜਾ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਰਾਜਨੀਤੀ ਪਾਰਟੀ ਜੁਆਇਨ ਕਰ ਸਕਦੇ ਹੋ। ਰਾਜਨੀਤੀ ਜੁਆਇਨ ਕਰਨਾ ਕੋਈ ਮਾੜੀ ਗੱਲ ਨਹੀਂ। ਮੈਂ ਤਾਂ ਹਰੇਕ ਥਾਵੇਂ ਜਾ ਕੇ ਇਹ ਗੱਲ ਕਹਿਣਾ ਚਾਹੁੰਦਾ ਕਿ ਜਿੰਨੀ ਸਿਆਸੀ ਚੇਤਨਾ ਨੌਜਵਾਨਾਂ 'ਚ ਹੁਣ ਆਈ ਹੈ, ਇਹ ਕਿਸਾਨੀ ਸੰਘਰਸ਼ ਦੀ ਦੇਣ ਹੈ। ਬਾਜਵਾ ਸਾਹਿਬ ਨੂੰ ਆਫਰ ਮਿਲਦਾ ਕਿਸੇ ਪਾਰਟੀ ਵੱਲੋਂ ਕਿ ਆਖਿਰਕਾਰ 2022 ਦੀਆਂ ਚੋਣਾਂ ਆ ਰਹੀਆਂ, ਤਾਂ ਬਾਜਵਾ ਸਾਹਿਬ ਚੋਣ ਮੈਦਾਨ ਦੇ ਵਿੱਚ ਆਉਣਗੇ। ਦੇਸ਼ ਦੇ ਅੰਨਦਾਤੇ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਾਫੀ ਸਮਾਂ ਬੀਤ ਚੁੱਕਿਆ ਹੈ। ਸੈਂਟਰ ਦੇ ਵਿੱਚ ਬੈਠੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ। ਗੱਲਬਾਤ ਕਰਨ ਦਾ ਸਿਲਸਿਲਾ ਲਗਾਤਾਰ ਕਿਹਾ ਜਾਂਦਾ ਹੈ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਪਰ ਗੱਲਬਾਤ ਨਹੀਂ ਹੁੰਦੀ। ਇਹ ਸਭ ਦੇ ਵਿਚਾਲੇ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਆਖਿਰਕਾਰ ਚਲੋ ਪੰਜਾਬ ਦੇ ਰਾਜਪਾਲ ਨੂੰ ਇੱਕ ਮੈਮੋਰੈਂਡਮ ਦਿੰਨੇ ਆ ਕਿ ਹੋ ਸਕਦਾ ਹੈ ਕਿ ਰਾਜਪਾਲ ਕੋਈ ਇਸ ਮਸਲੇ ਦਾ ਹੱਲ ਕੱਢ ਸਕਣ। ਕਈ ਬਾਲੀਵੁੱਡ ਦੀਆਂ ਇੰਡਸਟਰੀ ਦੇ ਜੋ ਸ਼ਖਸੀਅਤਾਂ ਹੁੰਦੀਆਂ ਨੇ ਉਹ ਵੀ ਇਸ ਸ਼ਾਮਿਲ ਹੁੰਦੀਆਂ ਨੇ। ਵੱਡਾ ਕਾਫਲਾ ਜੋ ਹੈ ਰਾਜ ਭਵਨ ਵੱਲ ਕੂਚ ਕਰਦਾ ਹੈ ਤੇ ਕੱਲ੍ਹ ਹੀ ਇਹ ਕੂਚ ਕੀਤਾ ਜਾਂਦਾ ਹੈ, ਮੰਗ ਪੱਤਰ ਸੌਂਪਿਆ ਜਾਂਦਾ ਹੈ ਤੇ ਅੱਜ ਖਬਰ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਕਿ ਜਿਹੜੀਆਂ ਸ਼ਖਸੀਅਤਾਂ ਇਸ ਕਾਫਲੇ ਦੇ ਵਿੱਚ ਮੌਜੂਦ ਸਨ ਤੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਨੇ। ਇਸ ਸੂਚੀ ਦੇ ਵਿੱਚ ਨਾਮ ਆਉਂਦਾ ਹੈ ਜਸ ਬਾਜਵਾ ਦਾ, ਸੋਨੀਆ ਮਾਨ ਦਾ। ਜਸ ਬਾਜਵਾ ਜੀ ਮੇਰੇ ਨਾਲ ਮੌਜੂਦ ਨੇ। ਚੰਡੀਗੜ੍ਹ ਪੁਲਿਸ ਦੇ ਵੱਲੋਂ ਉਹਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਦੇ ਹਾਂ ਕਿ ਜਿਹੜੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਉਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਤਾਂ ਬਾਜਵਾ ਸਾਹਿਬ, ਅੱਜ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਦੰਗਾ ਭੜਕਾਉਣ ਦੇ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ, ਨਾਜਾਇਜ਼ ਹਥਿਆਰ ਰੱਖਣ ਦੇ ਇਲਜ਼ਾਮ ਲੱਗ ਜਾਂਦੇ ਨੇ, ਇੱਥੋਂ ਤੱਕ ਕਿ ਪੁਲਿਸ ਦੀ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲੱਗ ਜਾਂਦੇ ਨੇ। ਕਿਹੜੀ ਪੁਲਿਸ ਦੀ ਕਾਰਵਾਈ ਵਿੱਚ ਤੁਸੀਂ ਰੁਕਾਵਟ ਪਾਈ ਜਾਂ ਕਿਹੜੇ ਦੰਗੇ ਭੜਕਾਏ? ਜਿੱਥੋਂ ਤੱਕ ਗੱਲ ਕਰ ਲਈਏ ਦੰਗੇ ਭੜਕਾਉਣ ਦੀ ਜਾਂ ਪੁਲਿਸ ਦੀ ਕਾਰਵਾਈ 'ਚ ਰੁਕਾਵਟ ਪਾਉਣ ਦੀ, ਨਜਾਇਜ਼ ਹਥਿਆਰ ਰੱਖਣ ਦੀ, ਤਾਂ ਇਹ ਸਭ ਜਿਹੜੇ ਇਲਜ਼ਾਮ ਮੇਰੇ ਤੇ ਲੱਗੇ ਆ, ਮੈਂ ਇਹਨਾਂ ਦੀ ਪੁਸ਼ਟੀ ਕਰਦਾ ਕਿ ਇਹ ਸਾਰੇ ਝੂਠੇ ਇਲਜ਼ਾਮ, ਬੇਬੁਨਿਆਦ ਇਲਜ਼ਾਮ ਨੇ। ਕਿਸੇ ਕੋਲ ਕੋਈ ਪੁਖਤਾ ਸਬੂਤ ਨਹੀਂ। ਜਦੋਂ ਕਿਸੇ ਤੇ ਕੋਈ ਪਰਚਾ ਹੁੰਦਾ, FIR ਹੁੰਦੀ ਹੈ, ਤਾਂ ਤੱਥਾਂ ਦੇ ਆਧਾਰ ਤੇ, ਸਬੂਤਾਂ ਦੇ ਆਧਾਰ ਤੇ FIR ਹੁੰਦੀ ਹੈ, ਕੰਪਲੀਟ ਕਰਦਾ ਕੋਈ ਬੰਦਾ ਜਾ ਕੇ, ਹੈ ਨਾ। ਹੁਣ ਜਾਂ ਤਾਂ ਕੋਈ ਸਾਨੂੰ ਪ੍ਰਸ਼ਾਸਨ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਪ੍ਰਸ਼ਾਸਨ ਸਾਡੀ ਸੇਫਟੀ ਲਈ ਹਮੇਸ਼ਾ ਫਿਕਰਮੰਦ ਰਹਿੰਦਾ, ਲਗਾਤਾਰ ਸਾਡੇ ਭਲੇ ਲਈ ਕੰਮ ਕਰਦਾ। ਪਰ ਜਦੋਂ ਕਿਤੇ ਕੁਛ ਇੱਦਾਂ ਦੀ ਗਲਤਫਹਿਮੀ ਹੋ ਜਾਵੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਛਾਣਬੀਣ 'ਚ ਕੋਈ ਨਾ ਕੋਈ ਕਮੀ ਜ਼ਰੂਰ ਰਹਿ ਗਈ। ਉਹਨਾਂ ਨੂੰ ਚੰਗੇ ਤਰੀਕੇ ਨਾਲ ਛਾਣਬੀਣ ਕਰ ਲੈਣੀ ਚਾਹੀਦੀ ਸੀ ਕਿ ਕਿੱਥੇ ਮੈਂ ਗਿਆ ਕੱਲ੍ਹ, ਮੇਰੀ ਗਤੀਵਿਧੀਆਂ ਕੀ ਸੀ। ਜਿਹੜੀਆਂ ਕੱਲ੍ਹ ਦੀਆਂ ਗਤੀਵਿਧੀਆਂ ਸੀ ਉਹ ਇੱਦਾਂ ਨਹੀਂ ਸੀ ਕਿ ਮੇਰੀਆਂ ਇਕੱਲੇ ਦੀਆਂ ਸੀ, ਉਹ ਪਬਲਿਕਲੀ ਸੀ ਸਭ ਕੁਛ। ਜਦੋਂ ਲਗਾਤਾਰ ਪਿਛਲੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਅਸੀਂ ਉਹਦੇ ਨਾਲ ਚੱਲ ਰਹੇ ਹਾਂ। 7 ਮਹੀਨੇ ਹੋ ਗਏ, ਕਿਸਾਨਾਂ 'ਚ ਰੋਸ ਹੈ, 550 ਤੋਂ ਉੱਤੇ ਸ਼ਹਾਦਤ ਹੋ ਚੁੱਕੀ ਹੈ, ਬੜੀਆਂ ਕੁਰਬਾਨੀਆਂ ਨੇ ਸੰਘਰਸ਼ ਨੂੰ ਲੈ ਕੇ, ਪਰ ਗੌਰਮੈਂਟ ਦੇ ਕੰਨ ਤੇ ਜੂੰ ਹਲੇ ਤੱਕ ਨਹੀਂ ਸੁਰਕ ਰਹੀ। ਪਿਛਲੇ ਦਿਨਾਂ 'ਚ ਵੀ ਰਾਜੇਵਾਲ ਸਾਹਿਬ ਨੇ ਇੱਕ ਮੰਗ ਪੱਤਰ ਲਿਖਿਆ ਕਿ ਅਗਲੀ ਦੱਸੋ ਅਸੀਂ ਕੀ ਕਾਰਵਾਈ ਕਰੀਏ, ਗੱਲਬਾਤ ਲਈ ਰਾਹ ਖੋਲ੍ਹਿਆ ਜਾਵੇ। ਉਹਦਾ ਵੀ ਕੋਈ ਪੁਖਤਾ ਜਵਾਬ ਹੈ ਜਿਹੜਾ ਖੇਤੀਬਾੜੀ ਮੰਤਰੀ ਨੇ ਨਹੀਂ ਦਿੱਤਾ। ਹਰ ਵਾਰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਸੋਧਾਂ ਕਰਵਾ ਲਓ, ਰੱਦ ਨਹੀਂ ਹੋਣਗੇ। ਤਾਂ ਸੰਯੁਕਤ ਮੋਰਚੇ ਦਾ ਜਿਹੜਾ ਪ੍ਰੋਗਰਾਮ ਆਉਣਾ ਸੀ ਉਹ ਲਾਜ਼ਮੀ ਸੀ। ਪਿਛਲਾ ਪ੍ਰੋਗਰਾਮ ਆਇਆ, ਕਿਸਾਨਾਂ ਦਾ ਬਹੁਤ ਵੱਡਾ ਭਰਮਾ ਹੰਗਾਰਾ ਸੀ, ਬਲਕਿ ਉਹ ਆਪਦੇ ਘਰਾਂ 'ਚ ਹੀ ਕਰਨਾ ਸੀ। ਹੁਣ ਤਾਂ ਜਿਹੜਾ ਮੈਮੋਰੈਂਡਮ ਸੀ ਆਪਦੇ ਸੂਬੇ ਦੇ ਗਵਰਨਰਾਂ ਨੂੰ ਦੇਣਾ ਸੀ, ਤਾਂ ਪੂਰੇ ਪੰਜਾਬ ਦੇ ਲੋਕ
ਇੱਕ ਦਰਦ ਜਿਹੜਾ ਇਹ ਗੱਲ ਕਹਿ ਦਿੱਤਾ ਜਾਂਦਾ ਸੀਗਾ ਕਿ ਸ਼ਾਇਦ ਠੰਡਾ ਪੈ ਗਿਆ, ਪਤਾ ਨਹੀਂ ਹੁਣ ਕਿਸਾਨ ਆਉਣਗੇ ਕਿ ਨਹੀਂ ਆਉਣਗੇ, ਕਿਉਂਕਿ ਲੱਖਾਂ ਦੀ ਗਿਣਤੀ ਚੋਂ ਗਿਣਤੀ ਹਜ਼ਾਰਾਂ ਤੇ ਆ ਗਈ। ਉਹ ਕੱਲ ਸਾਬਤ ਕਰਤਾ ਕਿ ਨਾ, ਇਹ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਮੋਰਚਾ ਠੰਡਾ ਨਹੀਂ ਪੈ ਸਕਦਾ, ਤੁਹਾਨੂੰ ਕਾਨੂੰਨ ਰੱਦ ਕਰਨੇ ਹੀ ਪੈਣਗੇ। ਉਵੇਂ ਸਾਡਾ ਵੀ ਇੱਕ ਪ੍ਰੋਗਰਾਮ ਲਿਖਿਆ ਹੋਇਆ ਸੀ, ਅਸੀਂ ਅੰਬ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਾਣਾ ਸੀਗਾ ਚੰਡੀਗੜ੍ਹ ਦੇ ਵਿੱਚ ਮੈਮੋਰੈਂਡਮ ਦੇਣ ਲਈ। ਮੇਰੇ ਨਾਲ ਉੱਥੇ ਹੋਰ ਵੀ ਸਾਡੇ ਬੜੇ ਆਗੂ ਸਾਹਿਬਾਨਾਂ ਨੇ ਆਉਣਾ ਸੀ, ਜਿਸ 'ਚ ਰਾਜੇਵਾਲ ਸਾਹਿਬ, ਹਰਮੀਤ ਕਾਦੀਆਂ, ਰੁਲਦੂ ਮਾਨਸਾ ਜੀ, ਹੋਰ ਵੀ ਬੜੇ ਜਿਹੜੇ ਕਿਸਾਨੀ ਲਈ ਫਿਕਰਮੰਦ ਨੇ ਲੋਕਾਂ ਨੇ ਉੱਥੇ ਆਉਣਾ ਸੀ। ਮੈਂ ਘਰੋਂ ਨਿਕਲਿਆ ਤੇ ਐਂ ਮੌਕੇ 'ਤੇ ਮੈਨੂੰ ਮੋਹਾਲੀ ਪ੍ਰਸ਼ਾਸਨ ਦਾ ਫੋਨ ਆਇਆ, ਸੁਨੇਹਾ ਲੱਗਿਆ ਕਿ ਤੁਸੀਂ ਅੱਜ ਜਾਣ ਤੋਂ ਉੱਥੇ ਗਰੇਜ਼ ਕਰੋ, ਸਾਡੇ ਕੋਲ ਕੋਈ ਪੁਖਤਾ ਜਾਣਕਾਰੀਆਂ ਨੇ, ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਆ ਸਕਦੀ ਹੈ, ਇੰਟੈਲੀਜੈਂਸ ਦੀ ਰਿਪੋਰਟ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਇੱਦਾਂ ਦੀ, ਮੇਰਾ ਤੁਸੀਂ ਸਰ ਰੈਕਡ ਚੈੱਕ ਕਰੋ ਪਿਛਲਾ, ਕੋਈ ਵੀ ਇੱਦਾਂ ਦੀ ਗੱਲਬਾਤ ਨਹੀਂ। ਪਰ ਉਹਨਾਂ ਨੇ ਮੈਨੂੰ ਫਿਰ ਜ਼ੋਰ ਦੇ ਕੇ ਕਿਹਾ ਕਿ ਜੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਤਾਂ ਕੋਈ ਕਾਰ ਨਹੀਂ ਹੈ। ਫਿਰ ਮੈਂ ਵੀ ਸੋਚਿਆ ਕਿ ਮੈਂ ਮੋਹਾਲੀ 'ਚ ਲਗਾਤਾਰ ਪ੍ਰੋਗਰਾਮ ਕੀਤੇ ਆ, ਮੈਨੂੰ ਕਦੇ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਦਿੱਕਤ ਨਹੀਂ ਆਈ। ਜੇ ਇਸ ਵਾਰ ਪ੍ਰਸ਼ਾਸਨ ਕਹਿ ਰਿਹਾ ਤਾਂ ਸਾਡਾ ਫਰਜ਼ ਬਣਦਾ ਉਹਨਾਂ ਦੀ ਗੱਲ ਮੰਨਣੀ। ਤਾਂ ਮੈਂ ਉਹਨਾਂ ਨੂੰ ਬਕਾਇਦਾ ਪੁੱਛਿਆ ਕਿ ਇਕੱਲਾ ਮੋਹਾਲੀ ਨਾ ਆਵਾਂ ਜਾਂ ਕਿਤੇ ਹੋਰ ਵੀ ਨਾ ਜਾਵਾਂ, ਤਾਂ ਉਹਨਾਂ ਨੇ ਕਿਹਾ ਤੁਸੀਂ ਹੋਰ ਕਿਤੇ ਵੀ ਜਾਓ, ਸਾਨੂੰ ਕੋਈ ਦਿੱਕਤ ਨਹੀਂ, ਪਰ ਇੱਥੇ ਅੱਜ ਦੇ ਲਈ ਤੁਸੀਂ ਗਰੇਜ਼ ਕਰਵਾਉਣ ਤੋਂ। ਤਾਂ ਮਾਣਯੋਗ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਮੈਂ ਹਰਿਆਣਾ, ਕਿਉਂਕਿ ਅੱਜ ਹੱਦਾਂ ਸਰਹੱਦਾਂ ਦੀ ਗੱਲ ਨਹੀਂ ਰਹੀ, ਕਿਸਾਨੀ ਦੀ ਗੱਲ ਕਰਨੀ ਹੈ। ਸੰਯੁਕਤ ਮੋਰਚੇ ਦੀ ਕਾਲ 'ਤੇ ਅਸੀਂ ਖੜਨਾ, ਚਾਹੇ ਉਹ ਹਰਿਆਣੇ ਤੋਂ ਖੜ੍ਹ ਜਾਈਏ, ਪੰਜਾਬ ਤੋਂ, ਰਾਜਸਥਾਨ ਤੋਂ, ਕੋਈ ਦਿੱਕਤ ਵਾਲੀ ਗੱਲ ਨਹੀਂ। ਓਨਾ ਹੀ ਭਰਵਾਂ ਹੰਗਾਰਾ ਉੱਧਰਲੇ ਪਾਸੇ ਆ ਕਿਸਾਨੀ ਨੂੰ, ਓਨਾ ਹੀ ਪੰਜਾਬ 'ਚ ਹੈ। ਤਾਂ ਮੈਂ ਨਾਡਾ ਸਾਹਿਬ ਤੋਂ ਚੜੂਨੀ ਸਾਹਿਬ ਦਾ ਜਥਾ ਆ ਰਿਹਾ ਸੀ ਬਹੁਤ ਵੱਡੇ ਪੱਧਰ 'ਤੇ, ਮੈਂ ਜਾ ਕੇ ਉਹਨਾਂ ਨੂੰ ਜੁਆਇਨ ਕੀਤਾ। ਬਾਇਆ ਸੁਹਾਣਾ ਸਾਹਿਬ ਗਿਆ, ਜਿਰਕਪੁਰ ਜਾ ਕੇ ਪੰਚਕੂਲੇ ਜੁਆਇਨ ਕੀਤਾ, ਤੇ ਜਿੱਥੇ ਸਾਡਾ ਲਾਸਟ ਬੈਰੀਗੇਟ ਸੀ, ਜਿੱਥੇ ਜਾ ਕੇ ਅਸੀਂ ਰੁਕਣਾ ਸੀ, ਤੇ ਉਦੋਂ ਅੱਗੇ 5 ਬੰਦਿਆਂ ਨੇ ਜਾ ਕੇ ਮੰਗ ਪੱਤਰ ਗਵਰਨਰ ਸਾਹਿਬ ਨੂੰ ਦੇਣਾ ਸੀ। ਅਸੀਂ ਉੱਥੇ ਪਹੁੰਚੇ ਹਾਂ, ਜਾ ਕੇ ਮੈਂ ਸਾਡੇ ਭਾਈਚਾਰੇ ਨੂੰ ਸੰਬੋਧਨ ਵੀ ਕੀਤਾ ਚੜੂਨੀ ਸਾਹਿਬ ਦੀ ਕਾਰ 'ਤੇ ਖੜ੍ਹ ਕੇ, ਕਿ ਆਪਾਂ ਮਾਨ ਮਰਿਆਦਾ 'ਚ ਰਹਿਣਾ, ਕੋਈ ਵੀ ਹੁੱਲੜਬਾਜੀ ਨਹੀਂ ਕਰਨੀ, ਪ੍ਰਸ਼ਾਸਨ ਨੂੰ ਕੋਈ ਵੀ ਇੱਦਾਂ ਦਾ ਮੌਕਾ ਨਹੀਂ ਦੇਣਾ ਕਿ ਕੱਲ੍ਹ ਨੂੰ ਸਾਡੇ 'ਤੇ ਕੋਈ ਬਲੇਮ ਲੱਗੇ, ਕੋਈ ਸਾਨੂੰ ਇਹ ਗੱਲ ਕਹੀ ਜਾਵੇ ਕਿ ਤੁਸੀਂ ਇੱਥੇ ਆ ਕੇ ਕੁਛ ਭੜਕਾਊ ਕੀਤਾ ਜਾਂ ਭੰਨ ਤੋੜ ਕੀਤੀ ਹੈ। ਤਾਂ ਸਭ ਕੁਝ ਬੜੀ ਸ਼ਾਂਤਮਈ ਤਰੀਕੇ ਨਾਲ ਹੋਇਆ। ਉੱਥੇ ਜੋਗਿੰਦਰ ਯਾਦਵ ਜੀ ਵੀ ਸਾਡੇ ਨਾਲ ਸੀ, ਗਵਰਨਰ ਹਾਊਸ 'ਚੋਂ ਕੁਝ ਅਧਿਕਾਰੀ ਆਏ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ। ਸਭ ਕੁਝ ਕੈਮਰੇ ਦੇ ਵਿੱਚ ਕੈਪਚਰ ਸੀ, ਸਾਡੇ ਮੀਡੀਆ ਤੋਂ ਵੀ ਲਾਈਵ ਜਾ ਰਿਹਾ ਸੀ। ਜਦੋਂ ਇੱਧਰ ਬੈਰੀਗੇਡ ਟੁੱਟਦੇ ਆ ਤੇ ਮੈਂ ਉੱਥੇ ਮੌਜੂਦ ਸੀ, ਮੈਂ ਉੱਥੇ ਸੰਬੋਧਨ ਕਰ ਰਿਹਾ ਸੀ ਭਾਈਚਾਰੇ ਨੂੰ। ਤਾਂ ਚੜੂਨੀ ਸਾਹਿਬ ਉਹ ਮੰਗ ਪੱਤਰ ਦੇ ਕੇ ਵਾਪਸ ਆਪਣੇ ਹਰਿਆਣੇ 'ਚ, ਉਹਨਾਂ ਨੇ ਕੋਈ ਬਿਜਲੀ ਦੇ ਬਿੱਲਾਂ ਦਾ, ਕਨੈਕਸ਼ਨਾਂ ਦਾ ਕੁਛ ਮੁੱਦਾ ਸੀ, ਘਰਾ ਕਰਨਾ ਸੀ ਬਿਜਲੀ ਘਰ ਦਾ, ਉਹ ਉੱਧਰ ਚਲੇ ਗਏ ਤੇ ਮੈਂ ਉੱਥੋਂ ਵਾਪਸ ਆਪਣੇ ਘਰੇ ਆ ਗਿਆ। ਉਦੋਂ ਬਾਅਦ ਸਵੇਰੇ ਮੈਨੂੰ ਇਹ ਪਤਾ ਲੱਗਦਾ ਕਿ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਮੇਰੇ 'ਤੇ FIR ਕੱਟ ਕੇ ਇੰਨੀਆਂ ਧਾਰਾਵਾਂ ਨੇ, 8 ਧਾਰਾਵਾਂ ਨੇ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ। ਤਾਂ ਮੈਨੂੰ ਇਹ ਲੱਗਦਾ ਕਿ ਪ੍ਰਸ਼ਾਸਨ ਦੇ ਮੋਢੇ 'ਤੇ ਰੱਖ ਕੇ ਇਹ ਗੌਰਮੈਂਟ ਇੱਕ ਹਥਿਆਰ ਚਲਾ ਰਹੀ ਹੈ ਕਿ ਜਿਹੜੇ ਫਰੰਟ ਚਿਹਰੇ ਕਿਸਾਨੀ ਸੰਘਰਸ਼ 'ਚ ਲਗਾਤਾਰ ਜੁੜੇ ਹੋਏ ਆ, ਕਿਵੇਂ ਨਾ ਕਿਵੇਂ, ਚਾਹੇ ਅਸੀਂ ਪਹਿਲਾਂ ਗੀਤਾਂ ਦੇ ਨਾਲ ਜੁੜੇ ਸੀ, ਜਦੋਂ ਕਿਸਾਨ ਐਂਥਮ ਕੀਤਾ ਜਾਂ ਪਹਿਲੇ ਗੀਤ ਕੀਤੇ ਆ, ਉਦੋਂ ਵੀ ਲਗਾਤਾਰ ਪ੍ਰੈਸ਼ਰ ਬਣਿਆ ਸੀ ਕਿ ਤੁਸੀਂ ਇੱਦਾਂ ਦੇ ਗੀਤ ਨਾ ਗਾਓ, ਤੁਹਾਡਾ ਨੁਕਸਾਨ ਹੋ ਸਕਦਾ ਹੈ। ਬੜੀਆਂ ਧਮਕੀਆਂ ਉਦੋਂ ਵੀ ਆਈਆਂ, ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਗੱਲ ਜਦੋਂ ਸਾਡੇ ਰੁਜ਼ਗਾਰ ਦੀ ਆ ਜਾਵੇ, ਜਦੋਂ ਪੰਜਾਬ ਦੀ ਆ ਜਾਵੇ, ਖੇਤੀ ਦੀ ਆ ਜਾਵੇ, ਤਾਂ ਪਹਿਲਾ ਧਰਮ ਕਿਸਾਨੀ ਹੈ। ਸਾਨੂੰ ਪਤਾ ਹੈ ਕਿ ਇੱਕ ਕਿਸਾਨ ਦੀ ਕੀ ਵੈਲਿਊ ਹੁੰਦੀ ਆ, ਕਿੰਨੀ ਮਿਹਨਤ ਕਰਦਾ ਹੈ, ਓਨੀ ਮਿਹਨਤ ਦੇ ਬਾਵਜੂਦ ਵੀ ਉਹਦੇ ਘਰ ਦਾ ਤੋਰੀ ਫੁਲਕਾ ਚੱਲਦਾ, ਕਿਸਾਨੀ 'ਚੋਂ ਲੱਖਾਂ ਰੁਪਈਆ ਨਹੀਂ ਬਚਦਾ। ਜੇ ਹੁਣ ਉਹ ਤੋਰੀ ਫੁਲਕਾ ਵੀ ਕਾਰਪੋਰੇਟ ਦੇ ਹੱਥਾਂ 'ਚ ਦੇਣਾ ਹੈ, ਤੁਸੀਂ ਕਾਰਪੋਰੇਟ ਤੈਅ ਕਰੂਗਾ ਕਿ ਅਨਾਜ ਦੀ ਕੀਮਤ ਕੀ ਹੋਊਗੀ, ਤਾਂ ਉਹਦਾ ਵਿਰੋਧ ਤਾਂ ਲਾਜ਼ਮੀ ਹੈ। ਫਿਰ ਤਾਂ ਉਹਦੇ ਸੰਬੰਧ 'ਚ ਜਿਹੜਾ ਸੰਘਰਸ਼ ਹੈ ਉਹ ਚੱਲ ਰਿਹਾ ਤੇ ਅਸੀਂ ਇਹਦੇ ਨਾਲ ਖੜ੍ਹੇ ਹਾਂ। ਤਾਂ ਗੌਰਮੈਂਟ ਇਹ ਸੋਚ ਰਹੀ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਨੂੰ ਨੌਜਵਾਨੀ, ਇਹਨਾਂ ਨੂੰ ਦੇਖ ਕੇ ਜੋਸ਼ 'ਚ ਆਉਂਦੀ ਆ, ਜਾਂ ਇਹ ਨੌਜਵਾਨੀ ਨੂੰ ਇਕੱਠਾ ਕਰਕੇ ਲੈ ਕੇ ਆਉਂਦੇ ਆ, ਇਹਨਾਂ ਨੂੰ ਅਸੀਂ ਦੱਬ ਲਈਏ। ਇਹ ਜਿਹੜੇ ਪਰਚੇ ਨੇ ਜਾਂ ਇਹ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਗੌਰਮੈਂਟ ਦੀ, ਸੈਂਟਰ ਗੌਰਮੈਂਟ ਦੀ ਇੱਕ ਸਾਜ਼ਿਸ਼ ਦੇ ਅਧੀਨ ਸਭ ਕੁਝ ਹੋਇਆ। ਪ੍ਰਸ਼ਾਸਨ ਦਾ ਵੀ ਇਹਦੇ 'ਚ ਮੈਨੂੰ ਨਹੀਂ ਲੱਗਦਾ ਕੋਈ ਕਸੂਰ ਹੈ। ਇਹ ਗੌਰਮੈਂਟ ਵੱਲੋਂ ਕਰਵਾਈ ਹੋਈ, ਸਾਰੀ ਸੈਂਟਰ ਗੌਰਮੈਂਟ ਵੱਲੋਂ ਪਕਾਈ ਹੋਈ ਖਿਚੜੀ ਹੈ। ਤਾਂ ਅਸੀਂ ਇਹਦਾ ਸੰਯੁਕਤ ਮੋਰਚੇ ਨਾਲ ਗੱਲਬਾਤ ਕਰਕੇ, ਚੜੂਨੀ ਸਾਹਿਬ ਨਾਲ ਮੇਰੀ ਗੱਲਬਾਤ ਹੋ ਚੁੱਕੀ ਹੈ, ਉਹਨਾਂ ਨੇ ਮੈਨੂੰ ਇਹ ਅਹਿਸਾਸ ਕਰਾਇਆ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਊਗੀ, ਪ੍ਰਸ਼ਾਸਨ ਤੁਹਾਡੇ ਨਾਲ ਕੋਈ ਵੀ ਜੇ ਧੱਕਾ ਕਰੂਗਾ ਤਾਂ ਅਸੀਂ ਬਿਲਕੁਲ ਤੁਹਾਡੇ ਨਾਲ ਖੜ੍ਹੇ ਹਾਂ, ਕੋਈ ਤੁਸੀਂ ਘਬਰਾਓ ਨਾ। ਤੁਸੀਂ ਕੱਲ੍ਹ ਮੇਰੇ ਨਾਲ ਸੀ, ਮੈਂ ਇਸ ਗੱਲ ਦਾ ਗਵਾਹ ਵੀ ਹੈਗਾ, ਤੇ ਮੈਂ ਤੁਹਾਡੇ ਨਾਲ ਚੱਲੂੰਗਾ। ਜੇ ਕੋਈ ਕਾਰਵਾਈ ਹੋਈ ਤਾਂ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ। ਅੱਜ ਅਸੀਂ ਆਪਣੇ ਹੋਰ ਜਿਹੜੇ ਆਗੂ ਸਾਹਿਬਾਨ ਸਾਡੇ ਸੰਯੁਕਤ ਮੋਰਚੇ ਦੇ, ਉਹਨਾਂ ਨੂੰ ਵੀ ਮਿਲਾਂਗੇ, ਉਹਨਾਂ ਨਾਲ
ਇੱਥੇ ਮੈਂ ਧੰਨਵਾਦ ਕਰਦਾ ਹਰਮੀਤ ਕਾਦੀਆਂ ਦੀ ਜਥੇਬੰਦੀ, ਜਿਹੜੇ ਬਾਈ ਸਾਡੇ ਲਗਾਤਾਰ ਸੰਘਰਸ਼ ਦੇ ਵਿੱਚ ਡਟੇ ਹੋਏ ਆ। ਉਹਨਾਂ ਵੱਲੋਂ ਵੀ ਇਹ ਇੱਕ ਲੈਟਰ ਜਾਰੀ ਕਰ ਦਿੱਤਾ ਗਿਆ, ਪੱਤਰ ਜਾਰੀ ਕਰ ਦਿੱਤਾ ਗਿਆ ਕਿ ਜਿਹੜੇ ਪਰਚੇ ਨੇ ਖਾਰਜ ਕੀਤੇ ਜਾਣ, ਰੱਦ ਕੀਤੇ ਜਾਣ, ਕਿਉਂਕਿ ਅਸੀਂ ਉੱਥੇ ਹੈ ਹੀ ਨਹੀਂ ਸੀਗੇ। ਗੱਲ ਤਾਂ ਸੀ ਜੇ ਮੈਂ ਉੱਥੇ ਹੁੰਦਾ, ਮੈਂ ਉੱਥੇ ਹੈ ਨਹੀਂ ਸੀ। ਹੁਣ ਵੀ ਮੈਂ ਅਗਲੀ ਜਿਹੜੀ ਮੀਟਿੰਗ ਹੈ ਉਹ ਕਰਕੇ ਸਾਡੇ ਜਿਹੜੇ ਆਗੂ ਸਾਹਿਬਾਨ ਨੇ ਸੰਯੁਕਤ ਮੋਰਚੇ ਦੇ, ਆਪਣੇ ਵਕੀਲਾਂ ਨਾਲ ਗੱਲਬਾਤ ਕਰਕੇ ਇਹਦੇ ਤੇ ਜੋ ਕਾਰਵਾਈ ਹੋਈ ਆਉਣ ਵਾਲੇ ਦਿਨਾਂ 'ਚ ਬਹੁਤ ਜਲਦੀ ਉਹ ਕਾਰਵਾਈ ਕੀਤੀ ਯਾਨੀ ਜਾਊਗੀ। ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਤੁਹਾਡੀ ਗੱਲ ਹੋ ਗਈ ਹੈ। ਜਿਸ ਤਰ੍ਹਾਂ ਦੀਆਂ ਧਾਰਾਵਾਂ ਤੁਹਾਡੇ ਖਿਲਾਫ ਲਗਾਈਆਂ ਗਈਆਂ ਨੇ, ਸੇਮ ਉਹੀ ਧਾਰਾਵਾਂ ਸੋਨੀਆ ਮਾਨ ਹੋਰਾਂ ਦੇ ਖਿਲਾਫ ਲਗਾਈਆਂ। ਤਾਂ ਸੋਨੀਆ ਮਾਨ ਹੋਰਾਂ ਨਾਲ ਤੁਹਾਡੀ ਗੱਲਬਾਤ ਹੋਈ ਇਸ ਮਾਮਲੇ ਸੰਬੰਧੀ? ਨਹੀਂ, ਮੇਰੀ ਉਹਨਾਂ ਨਾਲ ਹਲੇ ਕੋਈ ਗੱਲਬਾਤ ਨਹੀਂ ਹੋਈ, ਪਰ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜੀਆਂ ਵੀ ਧਾਰਾਂ ਜਿਹਦੇ ਵੀ ਖਿਲਾਫ ਲਗਾਈਆਂ ਗਈਆਂ ਨੇ ਗੌਰਮੈਂਟ ਨੂੰ, ਕਿਉਂਕਿ ਸੋਨੀਆ ਮਾਨ ਵੀ ਕੱਲ ਉੱਥੇ ਹੀ ਸੀ ਜਿੱਥੇ ਮੈਂ ਸੀ, ਉਹ ਵੀ ਇੱਧਰ ਨਹੀਂ ਆਈ। ਜਿੰਨਾ ਚਿਰ ਮੈਂ ਉੱਥੇ ਸੀ ਉਹਨਾਂ ਚਿਰ ਉਹ ਉੱਥੇ ਸੀ। ਮੈਨੂੰ ਪਤਾ ਕਿ ਉਹ ਉੱਥੇ ਉਹਨਾਂ ਚਿਰ ਉਹ ਉੱਥੇ ਸੀ, ਉਹ ਇੱਥੇ ਨਹੀਂ ਆਈ। ਇਹ ਜਿੰਨੀਆਂ ਵੀ ਕਿਸਾਨੀ ਲਈ ਚਿਹਰੇ ਘਰੋਂ ਨਿਕਲੇ ਆ, ਗੌਰਮੈਂਟ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਪਦੇ ਘਰੇ ਚਲੇ ਜਾਣ, ਪਰ ਇਦਾਂ ਹੋਊਗਾ ਨਹੀਂ। ਇਹ ਗੱਲ ਪਹਿਲੇ ਦਿਨ ਹੀ ਕਹਿ ਕੇ ਚੱਲੇ ਸੀ ਪੰਜਾਬ ਤੋਂ ਕਿ ਜਦੋਂ ਤੱਕ ਇਹ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਸ ਸੰਘਰਸ਼ ਦੇ ਨਾਲ ਖੜੇ ਹਾਂ ਤੇ ਖੜੇ ਰਹਾਂਗੇ। ਇਹਦੇ ਲਈ ਕੋਈ ਵੀ ਕੀਮਤ, ਕੋਈ ਵੀ ਮੁੱਲ ਤਾਰਨਾ ਪੈ ਜਾਵੇ, ਅਸੀਂ ਪਿੱਛੇ ਨਹੀਂ ਹਟਾਂਗੇ। ਯਾਨੀ ਕਿ ਹੁਣ ਇਸ ਸਿਸਟਮ ਦੇ ਖਿਲਾਫ ਹੁਣ ਆਪਾਂ ਨੂੰ ਲੜਨਾ ਪੈਣਾ। ਤਾਂ ਕੀ ਲੱਗਦਾ ਹੈ ਤੁਸੀਂ ਕਿਸ ਤਰ੍ਹਾਂ ਹੁਣ ਸਿਸਟਮ ਦੇ ਖਿਲਾਫ ਲੜੋਗੇ? ਜਦੋਂ ਆਪਾਂ ਇੱਕ ਆਮ ਇਨਸਾਨ ਆਪਣੀ ਹੱਕੀ ਮੰਗਾਂ ਮੰਗਦਾ ਹੈ ਤਾਂ ਡਾਂਗਾ ਪੈਂਦੀਆਂ ਨੇ, ਬੈਰੀਕੇਡ ਟੁੱਟਦੇ ਨੇ, ਪੁਲਿਸ ਦੀ ਵੱਡੀ ਕਾਰਵਾਈ ਕੀਤੀ ਜਾਂਦੀ ਹੈ। ਤਾਂ ਹੁਣ ਲੱਗਦਾ ਹੈ ਜਸ ਬਾਜਵਾ ਨੂੰ ਕਿ ਹੁਣ ਸਿਸਟਮ ਦੇ ਖਿਲਾਫ ਲੜਨਾ ਪੈਣਾ? ਬਿਲਕੁਲ ਲੜਨਾ ਪੈਣਾ। ਦੇਖੋ ਅੱਜ ਇਹ ਕਾਰਨ ਕਿਉਂ ਬਣੇ, ਸਾਨੂੰ ਸੜਕਾਂ ਤੇ ਕਿਉਂ ਬੈਠਣਾ ਪਿਆ 7 ਮਹੀਨੇ ਤੋਂ, ਜਾਂ ਸਾਨੂੰ ਗਵਰਨਰ ਹਾਊਸ ਕਿਉਂ ਘੇਰਨੇ ਪਏ? ਜੇ ਪ੍ਰਸ਼ਾਸਨ ਇੰਨਾ ਫਿਕਰਮੰਦ ਹੈ, ਗੌਰਮੈਂਟ ਇੰਨੀ ਫਿਕਰਮੰਦ ਹੈ, ਤਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਜਾ ਕੇ ਗੱਲ ਰੱਖਣੀ ਚਾਹੀਦੀ ਹੈ। ਜਦੋਂ ਸੁਣਵਾਈ ਕਿਤੇ ਹੈ ਨਹੀਂ, ਫਿਰ ਅਖੀਰ 'ਚ ਆ ਕੇ ਸਾਨੂੰ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਬਹਿਣਾ ਪਿਆ। ਸੋ ਲੜਾਈ ਸਿਸਟਮ ਦੇ ਖਿਲਾਫ ਹੀ ਹੈ। ਸਿਸਟਮ ਬਦਲਾਂਗੇ। ਲੋਕਾਂ 'ਚ ਬਹੁਤ ਸਿਆਸੀ ਚੇਤਨਾ ਵੀ ਇਸ ਲਹਿਰ ਨੇ ਪੈਦਾ ਕੀਤੀ ਹੈ, ਇੱਕ ਚੇਂਜ ਵੀ ਲੈ ਕੇ ਆਂਦਾ ਨੌਜਵਾਨੀ ਦੇ ਵਿੱਚ। ਨੌਜਵਾਨਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਨੇ ਕਿ ਜਿੱਥੇ ਪਹਿਲਾਂ ਤਾਂ ਬੋਲਦੇ ਹੀ ਨਹੀਂ ਸੀ ਨਾ, ਜਿੱਥੇ ਸਾਡੇ ਹੱਕ ਨੇ ਉੱਥੇ ਆਪਣੇ ਹੱਕ ਮੰਗਣੇ ਵੀ ਸ਼ੁਰੂ ਕੀਤੇ ਨੇ। ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਬਹੁਤ ਵੱਡਾ ਬਦਲਾਅ ਤੁਹਾਨੂੰ ਦੇਖਣ ਨੂੰ ਮਿਲੂਗਾ। ਬਿਲਕੁਲ ਜਸ ਬਾਜਵਾ ਜੀ, ਆਪਾਂ ਇਹ ਵੀ ਦੇਖ ਰਹੇ ਹਾਂ ਵੀ ਹੁਣ ਜਿਹੜੇ ਕਿਸਾਨ ਆਗੂ ਹੋ ਗਏ ਜਾਂ ਜੋ ਨੌਜਵਾਨ ਚਿਹਰੇ ਇਸ ਕਿਸਾਨੀ ਮੋਰਚੇ ਦੇ ਵਿੱਚ ਅੱਗੇ ਡਟੇ ਨੇ, ਉਹਨਾਂ ਨੂੰ ਲੈ ਕੇ ਵਿਰੋਧੀਆਂ ਵੱਲੋਂ ਕਈ ਕਿੰਤੂ ਪਰੰਤੂ ਕੀਤੇ ਜਾ ਰਹੇ ਨੇ। ਜਿਸ ਤਰ੍ਹਾਂ ਹਾਲ ਹੀ ਦੇ ਵਿੱਚ ਰਾਜੇਵਾਲ ਸਾਹਿਬ ਹੋਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਨਿਕਲ ਗਈਆਂ ਕਿ ਉਹ ਆਮ ਆਦਮੀ ਪਾਰਟੀ ਦੇ ਵਜੋਂ ਉਮੀਦਵਾਰ ਉਤਰ ਸਕਦੇ ਨੇ। ਤਾਂ ਤੁਹਾਨੂੰ ਲੈ ਕੇ ਵੀ ਕਿਹਾ ਜਾ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਰਾਜਨੀਤੀ ਪਾਰਟੀ ਜੁਆਇਨ ਕਰ ਸਕਦੇ ਹੋ? ਦੇਖੋ, ਇਹ ਤਾਂ ਚੀਜ਼ਾਂ, ਇਹਨਾਂ ਦਾ ਜਵਾਬ ਹੈ ਜਿਹੜਾ ਉਹ ਵਕਤ ਇਹਨਾਂ ਚੀਜ਼ਾਂ ਦਾ ਜਵਾਬ ਦਊਗਾ। ਪਰ ਰਾਜਨੀਤੀ ਜੁਆਇਨ ਕਰਨਾ ਕੋਈ ਮਾੜੀ ਗੱਲ ਨਹੀਂ। ਮੈਂ ਤਾਂ ਹਰੇਕ ਥਾਵੇਂ ਜਾ ਕੇ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿੰਨੀ ਸਿਆਸੀ ਚੇਤਨਾ ਨੌਜਵਾਨਾਂ 'ਚ ਹੁਣ ਆਈ ਹੈ, ਇਹ ਕਿਸਾਨੀ ਸੰਘਰਸ਼ ਦੀ ਦੇਣ ਹੈ। ਮੈਂ ਸਿਆਸਤ 'ਚ ਆਵਾਂ ਨਾ ਆਵਾਂ, ਪਹਿਲਾਂ ਤਾਂ ਇਹ ਦਿਖਾਂਤ ਰਹਿ ਜਾਂਦਾ। ਸਾਡੇ ਲੋਕਾਂ ਦੀ ਸੋਚ ਪਤਾ ਨਹੀਂ ਕਿੱਦਾਂ ਦੀ ਆ। ਮੈਂ ਹੈਰਾਨ ਆ ਇਸ ਗੱਲ ਤੋਂ। ਜੇ ਕੋਈ ਬੰਦੇ ਦੇ ਮੂੰਹੋਂ ਇਹ ਗੱਲ ਵੀ ਨਿਕਲ ਜੇ ਤਾਂ ਉਹਨੂੰ ਜਦ ਹੀ ਉਹ ਦੂਜੇ ਪਾਸੇ ਲੈ ਜਾਣਗੇ ਵੀ ਇਹ ਤਾਂ ਰਾਜਨੀਤੀ ਕਰਨ ਆਇਆ ਸੀ, ਇਹ ਤਾਂ ਸਿਆਸਤ। ਜਦੋਂ ਪ੍ਰੋਬਲਮ ਸਾਰੀ ਸਿਆਸਤ ਦੇ ਵਿੱਚ ਹੈ, ਉੱਤੇ ਸੈਂਟਰ ਦੀ ਸਰਕਾਰ ਹੈ, ਉਹ ਖਰੜੇ ਤਿਆਰ ਕਰਦੀ ਹੈ, ਥੱਲੇ ਪੰਜਾਬ 'ਚ ਸਰਕਾਰ ਹੈ, ਉਹ ਸਾਡਾ ਨਹੀਂ ਅੱਗੇ ਕੋਈ ਸਾਨੂੰ ਪੁਖਤਾ ਰਾਹ ਦਿਖਾ ਰਹੀ, ਤਾਂ ਸਿਆਸਤ ਹੀ ਬਦਲਣੀ ਪਊਗੀ ਨਾ। ਜਾਂ ਤਾਂ ਆਪਾਂ ਦੇਖੋ, ਹੁਣ ਸਿੰਪਲ ਗੱਲ ਹੈ, ਜਾਂ ਤਾਂ ਆਪਾਂ ਆਪਣੇ ਉਹ ਆਗੂ ਉੱਦਾਂ ਦੇ ਚੁਣੀਏ ਜਿਹੜੀ ਸਾਡੀ ਗੱਲ ਅੱਗੇ ਲੈ ਕੇ ਜਾਣ। ਲੋਕਤੰਤਰ 'ਚ ਵੋਟ ਦੀ ਤਾਕਤ ਸਭ ਤੋਂ ਵੱਡੀ ਹੈ, ਵੋਟਾਂ ਦੀ ਤਾਕਤ ਵੱਡੀ ਹੈ। ਤਾਂ ਸਾਨੂੰ ਆਗੂ ਦੇਖ ਕੇ ਚੁਣਨੇ ਪੈਣਗੇ। ਉਹ ਕਿਵੇਂ ਚੁਣਨੇ ਪੈਣਗੇ? ਹੁਣ ਪਿਛਲੇ ਨੂੰ ਤਾਂ ਅਸੀਂ ਹੰਢਾ ਲਿਆ ਸਾਰਿਆਂ ਨੂੰ, ਤਾਂ ਅੱਗੇ ਨੌਜਵਾਨਾਂ ਨੂੰ ਆਉਣਾ ਪਊਗਾ। ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ, ਨੌਜਵਾਨੀ ਵੱਧ ਤੋਂ ਵੱਧ ਸਿਆਸਤ ਦੇ ਵਿੱਚ ਇੰਟਰਸਟ ਲਵੇ। ਇਹ ਸਿਸਟਮ ਬਦਲੇ ਹੀ ਤਾਂ ਜਾਊਗਾ ਜੇ ਨੌਜਵਾਨੀ ਸਿਆਸਤ ਦੇ ਵਿੱਚ ਆਊਗੀ। ਸਿਆਸਤ ਦੇ ਵਿੱਚ ਆਉਣਾ ਕੋਈ ਗਲਤ ਗੱਲ ਨਹੀਂ ਹੈਗੀ, ਪਰ ਜਿਹੜੀਆਂ ਇਹ ਅਫਵਾਹਾਂ ਫੈਲਾਉਣੀਆਂ ਕਿ ਉਹ ਬੰਦਾ ਸਾਡੀ ਪਾਰਟੀ 'ਚ ਆ ਗਿਆ, ਸਾਡੀ ਟਿਕਟ ਤੇ ਲੜ ਰਿਹਾ, ਇਸ ਚੀਜ਼ ਦਾ ਮੈਂ ਵਿਰੋਧ ਕਰਦਾ। ਇਹ ਬਿਲਕੁਲ ਗਲਤ ਹੈ। ਇਹ ਵਕਤ ਜਵਾਬ ਦਊਗਾ ਇਹਨਾਂ ਚੀਜ਼ਾਂ ਦਾ, ਸਮੇਂ ਤੇ ਪਤਾ ਲੱਗੂਗਾ। ਉਦੋਂ ਪਹਿਲਾਂ ਇਹ ਸਾਰੀਆਂ ਅਫਵਾਹਾਂ ਹੀ ਨੇ, ਕੋਈ ਬੰਦਾ ਕਿਸੇ ਪਾਸੇ ਨਹੀਂ ਜਾ ਰਿਹਾ। ਜੇ ਬਾਜਵਾ ਸਾਹਿਬ ਨੂੰ ਆਫਰ ਮਿਲਦਾ ਕਿਸੇ ਪਾਰਟੀ ਵੱਲੋਂ ਕਿ ਆਖਿਰਕਾਰ 2022 ਦੀਆਂ ਚੋਣਾਂ ਆ ਰਹੀਆਂ, ਤਾਂ ਬਾਜਵਾ ਸਾਹਿਬ ਚੋਣ ਮੈਦਾਨ ਦੇ ਵਿੱਚ ਆਉਣਗੇ? ਉਹ ਡਿਪੈਂਡ ਕਰਦਾ ਨਾ ਜੀ ਕਿ ਕੀ ਹਾਲਾਤ ਬਣੇ ਨੇ। ਸਾਡੀਆਂ ਮੰਗਾਂ, ਪਹਿਲਾਂ ਤਾਂ ਸਾਡਾ ਮੁੱਦਾ ਇਹੀ ਹੈ ਨਾ ਕਿ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ, ਗੌਰਮੈਂਟ ਤੋਂ ਰੱਦ ਕਰਾਉਣਾ। ਜਦੋਂ ਤੱਕ ਰੱਦ ਨਹੀਂ ਹੁੰਦੇ ਤਾਂ ਸਾਡਾ ਤਾਂ ਟੋਟਲ ਫੋਕਸ ਇਹਨਾਂ ਬਿੱਲਾਂ ਤੇ ਆ। ਇਸ ਦੇ ਦਰਮਿਆਨ ਚੱਲਦੇ ਸੰਗਤ ਦਾ ਕੋਈ ਵੀ ਫੈਸਲਾ ਆਊਗਾ ਜਾਂ ਲੋਕਾਂ ਵੱਲੋਂ ਇਹ
ਸਾਨੂੰ ਕਿਹਾ ਜਾਊਗਾ ਕਿ ਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ, ਸੰਯੁਕਤ ਮੋਰਚਾ ਕੁਝ ਇਦਾਂ ਦੀ ਰਣਨੀਤੀ ਬਣਾਊਗਾ ਕਿ ਇਲੈਕਸ਼ਨ ਲੜਨੀ ਚਾਹੀਦੀ ਹੈ, ਤਾਂ ਬਿਲਕੁਲ ਸਾਥ ਦੇਵਾਂਗੇ ਅਸੀਂ ਉਹਨਾਂ ਦਾ। ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਕਿਸਾਨ ਦਿੱਲੀ ਜਾਂਦੇ ਨੇ, ਸੈਂਟਰ ਦੇ ਵਿੱਚ ਬੈਠੀ ਸਰਕਾਰ ਬੈਰੀਕੇਡ ਲਗਾ ਦਿੰਦੀ ਹੈ, ਪਾਣੀ ਦੀਆਂ ਬੁਛਾੜਾਂ ਪਾ ਦਿੰਦੀ ਹੈ। ਪੰਜਾਬ ਦੇ ਵਿੱਚ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਂਦੇ ਨੇ, ਫਿਰ ਪਾਣੀ ਦੀਆਂ ਬੁਛਾੜਾਂ ਪੈ ਜਾਂਦੀਆਂ। ਹਰਿਆਣਾ ਦੇ ਵਿੱਚ ਵੜਦੇ ਨੇ, ਬੀਜੇਪੀ ਦੀ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ। ਤਾਂ ਤੁਸੀਂ ਕਿਹਾ ਵੀ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ, ਤਾਂ ਉਸ ਨੌਜਵਾਨਾਂ ਦੀ ਅਗਵਾਈ ਤੁਸੀਂ ਵੀ ਕਰਦੇ ਹੋ। ਤੁਹਾਨੂੰ ਨਹੀਂ ਲੱਗਦਾ ਵੀ ਹੁਣ ਇਸ ਸਿਸਟਮ ਦੇ ਖਿਲਾਫ ਡਟਣਾ ਪੈਣਾ ਤੇ ਅੱਗੇ ਆ ਕੇ ਇਸ ਲੜਾਈ ਦੇ ਵਿੱਚ ਦੂਜਿਆਂ ਨੂੰ ਵੀ ਲਾਮਬੰਦ ਕਰਨਾ ਪੈਣਾ? ਬਿਲਕੁਲ ਡਟੇ ਹੋਏ ਆ ਜੀ, ਸਿਸਟਮ ਦੇ ਖਿਲਾਫ ਹੀ ਡਟੇ ਹੋਏ ਆ। ਅੱਜ ਵੀ ਆਪਾਂ ਸਿਸਟਮ ਦੇ ਸਤਾਏ ਹੋਏ, ਜੇ ਇਹ ਵਾਰਤਾਲਾਪ ਵੀ ਆਪਣੀ ਹੋ ਰਹੀ ਹੈ, ਵੀ ਕਿਤੇ ਨਾ ਕਿਤੇ ਸਿਸਟਮ ਦੇ ਖਿਲਾਫ ਹੀ ਆ। ਕਿਸਾਨੀ ਸੰਘਰਸ਼ ਇੱਕ ਜਰੀਆ ਬਣਿਆ ਲੋਕਾਂ ਨੂੰ ਜਗਾਉਣ ਦਾ। ਸੋ ਆਉਣ ਵਾਲੇ ਦਿਨਾਂ 'ਚ ਵੀ ਜਿੱਥੇ ਵੀ ਕੋਈ ਇਦਾਂ ਦੀਆਂ ਕੁਛ ਇਦਾਂ ਦੇ ਸੰਘਰਸ਼ ਉੱਠਣਗੇ ਆਉਣ ਵਾਲੇ ਸਮੇਂ 'ਚ ਵੀ, ਟਾਈਮ ਟੂ ਟਾਈਮ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਨੌਜਵਾਨਾਂ ਨੂੰ ਅਵੇਅਰ ਕਰਦੇ ਰਹਾਂਗੇ ਕਿ ਸਿਸਟਮ ਦੇ ਖਿਲਾਫ ਬੋਲੋ। ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਸਵਾਲ ਕਰੋ ਕਿ ਤੇਰਾ ਕੰਮ ਕੀ ਹੈ, ਤੇਰੇ ਕੀ ਫਰਜ਼ ਨੇ, ਤੂੰ ਉਹਨਾਂ ਪ੍ਰਤੀ ਕਿੰਨਾ ਕੁ ਸੰਦੇਹ ਨਾਲ ਕੰਮ ਕਰ ਰਹੇ ਆ। ਸੋ ਲੋੜ ਹੈ ਅੱਜ ਨੌਜਵਾਨੀ ਨੂੰ ਅੱਗੇ ਆਉਣ ਦੀ। ਸੋ ਜੇ ਜਗਾਉਣਾ ਪਿਆ ਤਾਂ ਜ਼ਰੂਰ ਜਗਾਵਾਂਗੇ। ਸਿਆਸੀ ਗਲਿਆਰਿਆਂ ਦੇ ਵਿੱਚ ਇਹ ਚਰਚਾ ਹੈ ਕਿ ਇਹ ਜੋ ਅੰਦੋਲਨ ਚੱਲ ਰਿਹਾ, ਲੱਗਦਾ ਵੀ ਪੰਜਾਬ ਦਾ ਅਖੀਰਲਾ ਅੰਦੋਲਨ ਹੋ ਜਾਏਗਾ। ਇਹ ਸਿਰਫ ਖੇਤੀ ਕਾਨੂੰਨ ਰੱਦ ਕਰਵਾ ਕੇ ਅੰਦੋਲਨ ਖਤਮ ਨਹੀਂ ਹੋਏਗਾ, ਬਲਕਿ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੀਆਂ ਹੋਰ ਮੁਸ਼ਕਿਲਾਂ ਨੇ ਉਹ ਵੀ ਹੱਲ ਹੋ ਜਾਣਗੀਆਂ। ਤਾਂ ਵਿੱਚੋਂ ਵਿੱਚ ਇਹ ਵੀ ਚਰਚਾ ਨਿਕਲਦੀ ਆ ਵੀ ਇਸ ਅੰਦੋਲਨ ਦੇ ਵਿੱਚ ਇੱਕ ਪਾਰਟੀ ਵੀ ਨਿਕਲੇਗੀ। ਉਸ ਪਾਰਟੀ ਦਾ ਹਿੱਸਾ ਤੁਸੀਂ ਹੋਵੋਗੇ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਚਰਚਾ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹੋ ਰਹੀਆਂ ਨੇ? ਪੰਜਾਬ ਦੀ ਬਿਹਤਰੀ ਲਈ ਜੋ ਕੁਝ ਵੀ ਕਰਨਾ ਪਿਆ, ਜੋ ਵੀ ਫੈਸਲਾ ਸਾਡੇ ਵੱਡੇ ਆਗੂ ਲੈਣਗੇ, ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਦੇਖੋ, ਰਹਿ ਗਈ ਗੱਲ ਅਖੀਰਲੇ ਅੰਦੋਲਨ ਦੀ, ਤਾਂ ਇਹ ਬਿਲਕੁਲ ਮੈਂ ਇੱਥੇ ਤੁਹਾਨੂੰ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਪੰਜਾਬ ਦਾ ਇੱਕ ਇਤਿਹਾਸ ਹੈ। ਚਾਹੇ ਸਾਡੇ ਗੁਰੂ ਸਾਹਿਬਾਨਾਂ ਤੋਂ ਲਾ ਲਈਏ, ਚਾਹੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਕਿਤੇ ਨਾ ਕਿਤੇ ਖੂਨ ਸਾਡੇ ਨਾੜਾਂ 'ਚ ਉਹਨਾਂ ਦਾ ਹੀ ਦੌੜਦਾ ਹੈ। ਬੇਸ਼ੱਕ ਏਜੰਸੀਆਂ ਵੱਲੋਂ ਇਹ ਕਹਿ ਕੇ ਭੰਡ ਦਿੱਤਾ ਜਾਂਦਾ ਕਿ ਪੰਜਾਬ ਚਿੱਟੇ ਨੇ ਖਤਮ ਕਰਤਾ ਜੀ, ਇੱਥੇ ਤਾਂ ਨੌਜਵਾਨ ਗਾਉਣੇ ਵਾਲੇ ਨੇ ਪੱਟ ਤੇ। ਅੱਜ ਪੰਜਾਬ ਨੇ ਇਹ ਸਾਬਤ ਕੀਤਾ ਕਿ ਇਸ ਸੰਘਰਸ਼ ਦੀ ਅਗਵਾਈ ਵੀ ਅਸੀਂ ਕੀਤੀ। ਸਭ ਤੋਂ ਪਹਿਲੀ ਆਵਾਜ਼ ਵੀ ਪੰਜਾਬ ਦੀ ਧਰਤੀ ਤੋਂ ਉੱਠੀ। ਆਉਣ ਵਾਲੇ ਸਮੇਂ 'ਚ ਵੀ ਜੇ ਗੌਰਮੈਂਟ ਵੱਲੋਂ ਕੋਈ ਇੱਦਾਂ ਦੀਆਂ ਕ੍ਰਿਤੀਆਂ ਕੀਤੀਆਂ ਜਾਣਗੀਆਂ ਤਾਂ ਪੰਜਾਬ ਹੈ ਜਿਹੜਾ ਬਿਲਕੁਲ ਤਿਆਰ ਬੈਠਾ ਗੌਰਮੈਂਟ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲੋਕ ਇਸ ਅੰਦੋਲਨ ਨੂੰ ਹਿਮਾਇਤ ਕਰ ਰਹੇ ਨੇ। ਸਾਰੇ ਮੰਗ ਕਰ ਰਹੇ ਨੇ ਵੀ ਜੇਕਰ ਪੰਜਾਬ ਨੂੰ ਰਾਜਸੀ ਪਾਰਟੀਆਂ ਤੋਂ ਨਿਜਾਤ ਪਾਉਣੀ ਹੈ ਤਾਂ ਅੱਜ ਇਸ ਅੰਦੋਲਨ ਦੇ ਵਿੱਚ ਜੋ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਇਕਜੁੱਟ ਹੋ ਕੇ ਜੋ ਇਕਜੁੱਟ ਹੈ ਵੀ ਨੇ, ਇੱਕ ਪਾਰਟੀ ਬਣਾਉਣ ਦੀ ਲੋੜ ਹੈ। ਤੁਹਾਡੇ ਨਿੱਜੀ ਵਿਚਾਰ ਕੀ ਨੇ ਕਿ ਇੱਕ ਪਾਰਟੀ ਇਸ ਅੰਦੋਲਨ ਚੋਂ ਨਿਕਲਣੀ ਚਾਹੀਦੀ ਹੈ ਜੋ ਪੰਜਾਬ ਦੀ ਅਗਵਾਈ ਕਰੇ? ਦੇਖੋ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜਿਹੜੇ ਪ੍ਰਦੇਸ਼ਾਂ 'ਚ ਸਾਡਾ ਭਾਈਚਾਰਾ ਬੈਠਾ ਸਾਰਾ, ਉਹਨਾਂ ਨੇ ਕਿਸਾਨੀ ਸੰਘਰਸ਼ ਹੁਣ ਤੱਕ ਕੋਈ ਕਮੀ ਨਹੀਂ ਛੱਡੀ ਕਿਸੇ ਵੀ ਪੱਖੋਂ। ਚਾਹੇ ਉਹ ਲੰਗਰਾਂ ਦੀ ਗੱਲ ਕਰੀਏ, ਚਾਹੇ ਉਹ ਟੈਂਟਾਂ ਦੀ ਗੱਲ ਕਰੀਏ, ਚਾਹੇ ਫਾਈਨੈਂਸ਼ੀਅਲੀ ਗੱਲ ਕਰੀਏ, ਮਤਲਬ ਫਿਕਰਮੰਦ ਰਹਿੰਦੇ ਨੇ। ਮੇਰੇ ਪਰਸਨਲ ਤੌਰ ਤੇ ਬਹੁਤ ਦੋਸਤ ਨੇ ਜਿਹੜੇ ਲਗਾਤਾਰ ਟਾਈਮ ਟੂ ਟਾਈਮ ਮੈਨੂੰ ਪੁੱਛਦੇ ਰਹਿੰਦੇ ਆ ਕਿ ਕਿਸੇ ਚੀਜ਼ ਦੀ ਲੋੜ ਤਾਂ ਨਹੀਂ, ਕਿਉਂਕਿ ਜਿਹੜਾ ਬੰਦਾ ਦੂਰ ਬੈਠਾ ਹੁੰਦਾ ਉਹਨੂੰ ਉਹਦੇ ਦਿਲ 'ਚ ਜ਼ਿਆਦਾ ਦਰਦ ਹੁੰਦਾ ਆਪਣੀ ਧਰਤੀ ਦਾ, ਆਪਣੇ ਲੋਕਾਂ ਦਾ। ਧੰਨਵਾਦ ਉਹਨਾਂ ਦਾ ਇਸ ਕਰਕੇ ਵੀ ਬਣਦਾ ਕਿ ਹਮੇਸ਼ਾ ਉਹ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ। ਪੰਜਾਬ ਅੱਜ ਸਰਵਾਈਵ ਉਹਨਾਂ ਪਰਦੇਸੀ ਭਰਾਵਾਂ ਕਰਕੇ ਕਰਦਾ, ਜਿਹੜੇ ਸਾਡੇ ਪਰਦੇਸੀ ਵੀਰ ਉਹਨਾਂ ਮੁਲਕਾਂ 'ਚ ਭੈਣ ਭਰਾ ਸਾਡੇ ਰਹਿੰਦੇ ਆ। ਰਹਿ ਗਈ ਗੱਲ ਪਾਰਟੀ ਦੀ, ਇਸ ਸੰਘਰਸ਼ 'ਚੋਂ ਦੇਖੋ ਬਦਲਾਅ ਲਈ ਹਮੇਸ਼ਾ ਲੋਕ ਖੜੇ ਹੁੰਦੇ ਆ। ਸਮੇਂ-ਸਮੇਂ ਤੇ ਤੁਸੀਂ ਦੇਖ ਸਕਦੇ ਹੋ ਪੰਜਾਬੀਆਂ ਦਾ ਇੱਕ ਇਤਿਹਾਸ ਰਿਹਾ ਕਿ ਜਦੋਂ ਵੀ ਕਿਸੇ ਨੇ ਬਦਲਾਅ ਦੀ ਗੱਲ ਕੀਤੀ ਹੈ, ਚਾਹੇ ਉਹ ਸਿਆਸੀ ਪਾਰਟੀਆਂ ਨੇ, ਅਸੀਂ ਤਨਦੇਹੀ ਨਾਲ ਉਹਨਾਂ ਦਾ ਸਾਥ ਦਿੱਤਾ ਹੈ। ਜੇ ਅੱਜ ਇਸ ਸੰਘਰਸ਼ 'ਚੋਂ ਕੁਛ ਇੱਦਾਂ ਦਾ ਬਦਲਾਅ ਪੈਦਾ ਹੋਣ ਕਰਕੇ ਕੁਛ ਸਿਆਸਤ ਨਿਕਲਦੀ ਹੈ ਜਾਂ ਨਹੀਂ ਨਿਕਲਦੀ, ਮੇਰਾ ਕਹਿਣਾ ਜਾਂ ਮੇਰੇ ਵਿਚਾਰਾਂ ਨਾਲ ਉਸ ਚੀਜ਼ ਨੂੰ ਕੋਈ ਫਰਕ ਨਹੀਂ ਪਊਗਾ। ਮੇਰੀ ਇਹ ਸੋਚ ਹੈ ਕਿ ਬਦਲਾਅ ਹੋਣਾ ਚਾਹੀਦਾ, ਜ਼ਰੂਰੀ ਹੈ। ਇਸ ਜਿਹੜੇ ਵੀ ਬੰਦੇ ਦੀ ਇਹ ਸੋਚ ਹੈ, ਇੱਕ ਚੰਗੀ ਸੋਚ ਹੈ। ਪੰਜਾਬ ਨੂੰ ਅੱਜ ਲੋੜ ਹੈ ਇੱਕ ਚੰਗੀ ਤੇ ਸੁਹਿਰਦ ਅਗਵਾਈ ਦੀ, ਉਹ ਹੋਣੀ ਚਾਹੀਦੀ ਹੈ। ਜੇ ਕੁਛ ਇਦਾਂ ਦਾ ਹੋਊਗਾ, ਸੰਯੁਕਤ ਮੋਰਚਾ ਕੁਛ ਇਦਾਂ ਦਾ ਫੈਸਲਾ ਲਊਗਾ ਤਾਂ ਅਸੀਂ ਬਿਲਕੁਲ ਨਾਲ ਖੜੇ ਹਾਂ ਜੀ। ਤੁਹਾਡੀ ਇਸ ਬਾਬਤ ਕਿਸੇ ਕਿਸਾਨ ਆਗੂਆਂ ਨਾਲ ਹੋਈ ਹੈ ਗੱਲਬਾਤ? ਨਹੀਂ, ਮੇਰੀ ਉਹਨਾਂ ਨਾਲ ਹਲੇ ਇਹਦੇ ਅਕੋਰਡਿੰਗ ਕੋਈ ਗੱਲਬਾਤ ਵੀ ਨਹੀਂ ਹੋਈ ਜੀ। ਮੇਰਾ ਅਖੀਰਲਾ ਸਵਾਲ ਹੈ ਵੀ ਜਿਸ ਤਰ੍ਹਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਵੀ ਜੋ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਉਹ ਝੂਠੇ ਨੇ, ਬੇਬੁਨਿਆਦ ਨੇ, ਤਾਂ ਹੁਣ ਤੁਸੀਂ ਇਸ ਮਾਮਲੇ ਦੇ ਵਿੱਚ ਲੀਗਲ ਐਕਸ਼ਨ ਕੀ ਲੈਣ ਵਾਲੇ ਹੋ? ਮੈਂ ਸੰਯੁਕਤ ਮੋਰਚੇ ਨਾਲ ਪਹਿਲਾਂ ਗੱਲਬਾਤ ਕਰੂੰਗਾ ਸਾਰੀ, ਉਹਨਾਂ ਨੂੰ ਦੱਸੂਗਾ ਕਿ ਜੋ ਹੋਇਆ। ਉਦੋਂ ਬਾਅਦ 'ਚ ਆਪਣੇ ਜਿਹੜੇ ਸਾਡੇ ਲੀਗਲਸ ਨੇ ਉਹਨਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਬਹੁਤ ਜਲਦੀ ਕਰਾਂਗੇ ਜੀ। ਬਹੁਤ-ਬਹੁਤ ਧੰਨਵਾਦ। ਤਾਂ ਇਹ ਸਨ ਪੰਜਾਬੀ ਗਾਇਕ ਜਸ ਬਾਜਵਾ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਿ ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ ਜੋ ਧਾਰਾਵਾਂ ਉਹਨਾਂ ਤੇ ਲਗਾਈਆਂ ਗਈਆਂ ਨੇ ਉਹ ਬੇਬੁਨਿਆਦ ਨੇ, ਝੂਠੀਆਂ ਨੇ ਤੇ ਛੇਤੀ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਏਗਾ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਗੱਲਬਾਤ ਕਰਕੇ। ਤੇ ਦੂਜੇ ਪਾਸੇ ਜੇਕਰ ਅੱਜ ਪੰਜਾਬ ਬਦਲਾਅ ਚਾਹੁੰਦਾ ਹੈ, ਇਸ ਦੇ ਵਿੱਚੋਂ ਕੋਈ ਪਾਰਟੀ ਨਿਕਲਦੀ ਹੈ ਤੇ ਕੋਈ ਗਲਤ ਗੱਲ ਨਹੀਂ ਹੋਵੇਗੀ। ਤਾਂ ਵੇਖਦੇ ਹਾਂ ਕਿ ਹੁਣ ਜਸ ਬਾਜਵਾ ਹੋਰੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੁਲਿਸ ਦੇ ਵੱਲੋਂ ਇਹਨਾਂ ਦੇ ਖਿਲਾਫ FIR ਦਰਜ ਕੀਤੀ ਗਈ ਹੈ ਉਸ ਤੇ ਕੀ ਐਕਸ਼ਨ ਲਿਆ ਜਾਂਦਾ ਹੈ। ਤਾਂ ਉਸ ਤੋਂ ਬਾਅਦ
ਬਾਅਦ ਪੁਲਿਸ ਦਾ ਕੀ ਰਵੱਈਆ ਰਹਿੰਦਾ ਇਹਨਾਂ ਨੂੰ ਲੈ ਕੇ। ਅਜਿਹੇ ਅਪਡੇਟਸ ਦੇ ਨਾਲ, ਅਜਿਹੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ। ਤਦ ਤੱਕ ਲਈ ਮੈਨੂੰ ਦਿਓ ਆਗਿਆ, ਜੁੜੇ ਰਹੋ ਹਮਦਰਦ ਟੀਵੀ ਦੇ ਨਾਲ।